Good morning students. Today we will start session 10, that is prevent accident and emergencies. आज ਆਪਾਂ शुरू करांगे session 10। ਇਹਦੇ ਵਿੱਚ ਪਹਿਲਾਂ ਆਪਾਂ ਪੜਾਂਗੇ एक्सीडेंट की ਹੁੰਦਾ ਹੈਗਾ, ਉਸ ਤੋਂ ਬਾਅਦ ਆਪਾਂ ਪੜਾਂਗੇ emergency की ਹੁੰਦੀ ਹੈ। ठीक है, एक्सीडेंट की ਹੁੰਦਾ ਹੈਗਾ ਸਾਰਿਆਂ ਨੂੰ ਪਤਾ ਹੈਗਾ। एक्सीडेंट ਦਾ ਕੀ ਮਤਲਬ ਹੁੰਦਾ ਹੈ? एक्सीडेंट ਕੀ ਹੁੰਦਾ ਹੈਗਾ? एक अनप्लैंड ईवेंट ਹੁੰਦਾ ਹੈ। एक्सीडेंट ਨੂੰ ਤੁਸੀਂ ਕਦੇ ਪਲਾਨ ਨਹੀਂ ਕਰਦੇ, ਉਹ ਇੱਕ ਅਨਪਲੈਂਡ ਈਵੈਂਟ ਹੈਗਾ ਜੋ ਅਚਾਨਕ ਹੀ ਹੋ ਜਾਂਦਾ ਹੈਗਾ ਤੇ ਉਹਦੇ ਨਾਲ ਜਿਹੜੀ ਉਹਦੇ परिणाम ਹੁੰਦੇ ਨੇ ਉਹ ਅਨਵਾਂਟਡ ਹੁੰਦੇ ਨੇ। ਠੀਕ ਹੈ, ਉਹਦੇ ਜਿਹੜੇ परिणाम ਹੁੰਦੇ ਨੇ ਉਹ ਤੁਸੀਂ ਚਾਹੁੰਦੇ ਨਹੀਂ ਹੋ। ਜਿਵੇਂ ਤੁਸੀਂ ਜਾ ਰਹੇ ਹੋ ਰਸਤੇ ਵਿੱਚ ਤੁਹਾਡਾ ਐਕਸੀਡੈਂਟ ਹੋ ਗਿਆ, ਅਚਾਨਕ ਹੋ ਗਿਆ, ਤੁਸੀਂ ਪਲਾਨ ਤਾਂ ਨਹੀਂ ਕੀਤਾ ਸੀ ਤੁਹਾਡਾ ਐਕਸੀਡੈਂਟ ਹੋਊਗਾ, ਅਚਾਨਕ ਹੋ ਗਿਆ, ਤੁਸੀਂ ਪਲਾਨ ਵੀ ਨਹੀਂ ਕੀਤਾ ਸੀਗਾ ਤੇ ਉਹਦੇ ਕਾਰਨ ਸਪੋਜ਼ ਤੁਹਾਡੇ ਹੱਥ 'ਤੇ ਫ੍ਰੈਕਚਰ ਆ ਗਿਆ, ਤੁਸੀਂ ਉਹ ਚਾਹੁੰਦੇ ਤਾਂ ਨਹੀਂ ਸੀਗੇ। ਤਾਂ ਐਕਸੀਡੈਂਟ ਕੀ ਹੈਗਾ? ਇਟ ਇਜ਼ ਐਨ ਅਨਪਲੈਨਡ ਈਵੈਂਟ ਦੈਟ ਮੇ ਹੈਪਨ ਆਲ ਆਫ ਅ ਸਡਨ। ਅਨਪਲੈਨਡ ਈਵੈਂਟ ਜੋ ਅਚਾਨਕ ਹੋ ਗਿਆ ਤੇ ਉਹਦੇ ਕਾਰਨ ਤੁਹਾਨੂੰ ਅਨਵਾਂਟਡ ਰਿਜ਼ਲਟਸ ਦਾ ਸਾਹਮਣਾ ਕਰਨਾ ਪੈਂਦਾ। ਦੂਸਰਾ ਡੈਫੀਨੇਸ਼ਨ ਤੁਸੀਂ ਕੀ ਦੇ ਸਕਦੇ ਹੋ ਕਿ ਇੱਕ ਅਨਫੋਰਚੂਨੇਟ ਇਨਸੀਡੈਂਟ ਹੈਗਾ। ਠੀਕ ਹੈ, ਜੋ ਅਨਇੰਟੈਂਸ਼ਨਲੀ ਹੁੰਦਾ ਹੈਗਾ ਤੇ ਉਹਦੇ ਹੋਣ ਦੇ ਨਾਲ ਤੁਹਾਨੂੰ ਬਹੁਤ ਹੀ ਨੁਕਸਾਨਦਾਇਕ ਰਿਜ਼ਲਟ ਦਾ ਸਾਹਮਣਾ ਕਰਨਾ ਪੈਂਦਾ ਹੈਗਾ, ਜਾਂ ਤੁਹਾਨੂੰ ਕੋਈ ਇੰਜਰੀ ਹੋ ਸਕਦੀ ਹੈ ਜਾਂ ਅਨਵਾਂਟਡ ਰਿਜ਼ਲਟ ਫੇਸ ਕਰਨੀ ਪੈਂਦੀ ਹੈ। It can be defined as an unfortunate incident that occurs unintentionally causing hazardous result or injury or unwanted result. Next हैगा emergency। emergency की होती है? emergency सारे नूं पता हैगा कि भी एक unexpected situation होगी जिहदे विच कि तुहानूं immediate action लेना पैंदा, उहनूं तुसीं emergency कहंदे हो। ठीक है, ਹੁਣ ਇਮਰਜੈਂਸੀ ਤੁਸੀਂ ਕੀ ਸਮਝ ਸਕਦੇ ਹੋ? ਹੁਣ ਲੋਕਡਾਊਨ ਚੱਲ ਰਿਹਾ ਹੈਗਾ, ਅਚਾਨਕ ਸਰਕਾਰ ਨੂੰ ਪਤਾ ਲੱਗਿਆ ਕਿ ਬਈ ਕਰੋਨਾ ਵਾਇਰਸ ਫੈਲ ਰਿਹਾ ਹੈਗਾ ਤਾਂ ਇਮਰਜੈਂਸੀ ਸਿਚੁਏਸ਼ਨ ਸੀਗੀ, ਤਾਂ ਉਹਦੇ ਵਿੱਚ ਗਵਰਨਮੈਂਟ ਨੂੰ ਇਮੀਡੀਏਟ ਐਕਸ਼ਨ ਲੈਣਾ ਪਿਆ। ਕੀ ਐਕਸ਼ਨ ਲੈਣਾ ਪਿਆ? ਉਹਨਾਂ ਨੇ ਲੋਕਡਾਊਨ ਲਗਾ ਦਿੱਤਾ। ਠੀਕ ਹੈ, ਜੇ ਉਹ ਲੋਕਡਾਊਨ ਨਹੀਂ, ਇਹ ਇਮਰਜੈਂਸੀ ਸਿਚੁਏਸ਼ਨ ਸੀਗੀ, ਜੇ ਗਵਰਨਮੈਂਟ ਇਮੀਡੀਏਟ ਐਕਸ਼ਨ ਨਹੀਂ ਲੈਂਦਾ ਤਾਂ ਬਹੁਤ ਸਾਰੇ ਲੋਕਾਂ ਨੂੰ ਕਰੋਨਾ ਵਾਇਰਸ ਹੋ ਜਾਣਾ ਸੀਗਾ। ਅਤੇ ਇਮਰਜੈਂਸੀ ਤੁਸੀਂ ਕੀ ਸਮਝ ਸਕਦੇ ਹੋ? ਇੱਕ ਅਨਐਕਸਪੈਕਟਡ ਸਿਚੁਏਸ਼ਨ ਹੈਗੀ ਹੈ, ਇੱਕ ਐਸੀ ਸਿਚੁਏਸ਼ਨ ਜੋ ਅਚਾਨਕ ਹੀ ਹੋ ਗਈ, ਜੋ ਤੁਸੀਂ ਨਹੀਂ ਚਾਹੁੰਦੇ ਸੀਗੇ ਅਤੇ ਬਟ ਇਹਦੇ ਹੋਣ 'ਤੇ ਤੁਹਾਨੂੰ ਇਮੀਡੀਏਟ ਉਹਦੇ ਉੱਪਰ ਕੰਮ ਕਰਨਾ ਪਊਗਾ, ਉਹਨੂੰ ਅਟੈਂਸ਼ਨ ਦੇ ਕੇ ਉਹਨੂੰ ਰਿਜ਼ੋਲਵ ਕਰਨਾ ਪਊਗਾ। ਐਨੀ ਅਨਐਕਸਪੈਕਟਡ ਸਿਚੁਏਸ਼ਨ ਦੈਟ ਨੀਡਸ ਇਮੀਡੀਏਟ ਅਟੈਂਸ਼ਨ ਐਂਡ ਐਕਸ਼ਨ। ਹੁਣ ਜਦ ਇਮਰਜੈਂਸੀ ਸਿਚੁਏਸ਼ਨ ਹੁੰਦੀ ਹੈਗੀ ਹੈ, ਇਸ ਇਮਰਜੈਂਸੀ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਅਚਾਨਕ ਹੀ ਤੁਹਾਡੀ ਲਾਈਫ 'ਤੇ ਰਿਸਕ ਹੋ ਸਕਦਾ ਹੈਗਾ। ਠੀਕ ਹੈ, ਪ੍ਰੋਪਰਟੀ ਤੁਹਾਡੀ ਉਹਦਾ ਵੀ ਰਿਸਕ ਹੋ ਸਕਦਾ ਹੈਗਾ, ਤੁਹਾਡੀ ਪ੍ਰੋਪਰਟੀ ਜਾ ਸਕਦੀ ਹੈ, ਤੁਹਾਡੀ ਹੈਲਥ ਖਰਾਬ ਹੋ ਸਕਦੀ ਹੈਗੀ ਹੈ ਐਂਡ ਨੀਡ ਇੰਟਰਵੈਂਸ਼ਨ ਟੂ ਪ੍ਰੀਵੈਂਟ ਹੈਜ਼ਾਰਡਸ ਰਿਜ਼ਲਟ। ਠੀਕ ਹੈ, ਇਮਰਜੈਂਸੀ ਸਿਚੁਏਸ਼ਨ ਜਦ ਵੀ ਕੋਈ ਆ ਜਾਂਦੀ ਹੈਗੀ ਹੈ, ਇਹਦੇ ਨਾਲ ਤੁਹਾਨੂੰ ਤੁਹਾਡੀ ਲਾਈਫ ਦਾ ਖਤਰਾ ਵੀ ਹੋ ਸਕਦਾ, ਤੁਹਾਡੀ ਜਾਨ ਵੀ ਜਾ ਸਕਦੀ ਹੈਗੀ ਹੈ। ਠੀਕ ਹੈ, ਇਮਰਜੈਂਸੀ ਸਿਚੁਏਸ਼ਨ ਤੁਸੀਂ ਸਮਝ ਲਓ ਕਿ ਬਈ ਤੁਹਾਡੇ ਸਪੋਜ਼ ਕੀ ਆ ਗਈ, ਅਚਾਨਕ ਹੀ ਬਾੜ ਆ ਗਈ ਤਾਂ ਉਹਦੇ ਨਾਲ ਤੁਹਾਡੀ ਪ੍ਰੋਪਰਟੀ ਡੈਮੇਜ ਹੋ ਸਕਦੀ ਹੈ। ਠੀਕ ਹੈ, ਹੁਣ ਜਿੱਦਾਂ ਕਰੋਨਾ ਵਾਇਰਸ ਕੋਈ ਪੈਨੇਡਮਿਕ ਡਿਜ਼ੀਜ਼ ਆ ਗਈ, ਉਹਦੇ ਨਾਲ ਤੁਹਾਡੀ ਹੈਲਥ ਨੂੰ ਨੁਕਸਾਨ ਹੋ ਰਿਹਾ ਹੈਗਾ। ਠੀਕ ਹੈ, ਅਤੇ ਐਮਰਜੈਂਸੀ ਸਿਚੁਏਸ਼ਨ ਤੁਹਾਡੀ ਜਾਨ ਨੂੰ, ਤੁਹਾਡੀ ਪ੍ਰੋਪਰਟੀ ਨੂੰ, ਤੁਹਾਡੀ ਹੈਲਥ ਨੂੰ ਰਿਸਕ ਪੋਜ਼ ਕਰ ਸਕਦੀ ਹੈਗੀ ਹੈ ਅਤੇ ਇਹਦੇ ਲਈ ਤੁਹਾਨੂੰ ਇੰਟਰਵੀਨ ਕਰਨਾ ਪਊਗਾ ਤਾਂ ਕਿ ਉਹਦੇ ਜਿਹੜੀ ਰਿਜ਼ਲਟਸ ਹੈਗੇ ਨੇ ਉਹਨੂੰ ਤੁਸੀਂ ਪ੍ਰੀਵੈਂਟ ਰੋਕ ਸਕੋ, ਉਹਨੂੰ ਤੁਸੀਂ ਰੋਕ ਸਕੋ। ਹੁਣ ਐਗਜ਼ਾਮਪਲ ਇਹਦਾ ਸਾਰਿਆਂ ਤੋਂ ਵਧੀਆ ਕੀ ਹੈਗਾ, ਕਿਉਂਕਿ ਲੋਕਡਾਊਨ ਤੁਸੀਂ ਲਗਾਇਆ, ਕਰੋਨਾ ਵਾਇਰਸ ਆ ਰਿਹਾ ਹੈ ਅਤੇ ਉਹਦੇ ਵਿੱਚ ਗੌਰਮੈਂਟ ਨੇ ਇੰਟਰਵੀਨ ਕੀਤਾ ਤਾਂ ਕਿ ਕਰੋਨਾ ਵਾਇਰਸ ਘੱਟ ਤੋਂ ਘੱਟ ਲੋਕਾਂ ਨੂੰ ਹੋਵੇ। ਠੀਕ ਹੈ, ਤਾਂ ਇਮਰਜੈਂਸੀ ਸਿਚੁਏਸ਼ਨ ਦੇ ਨਾਲ ਲਾਈਫ, ਪ੍ਰੋਪਰਟੀ, ਹੈਲਥ ਨੂੰ ਖਤਰਾ ਹੋ ਸਕਦਾ ਹੈਗਾ ਅਤੇ ਇਹਦੇ ਵਿੱਚ ਆਪਾਂ ਨੂੰ ਇੰਟਰਵੀਨ ਕਰਨਾ ਪੈਂਦਾ ਹੈਗਾ ਤਾਂ ਕਿ ਆਪਾਂ ਇਸ ਖਤਰੇ ਨੂੰ ਘਟਾ ਸਕੀਏ। ਨੈਕਸਟ ਟੌਪਿਕ ਹੈਗਾ ਟਾਈਪਸ ਆਫ ਐਕਸੀਡੈਂਟ। ਹੁਣ ਜਿਹੜੇ ਐਕਸੀਡੈਂਟ ਹੈਗੇ ਨੇ 5 ਤਰੀਕੇ ਦੇ ਹੋ ਸਕਦੇ ਨੇ। ਐਕਸੀਡੈਂਟਸ ਐਟ ਵਰਕਪਲੇਸ ਲਾਸਟ ਸੈਸ਼ਨ ਵਿੱਚ ਮੈਂ ਤੁਹਾਨੂੰ ਦੱਸਿਆ ਸੀ, ਸਲਿੱਪ ਐਂਡ ਫਾਲ ਐਕਸੀਡੈਂਟ, ਫਾਇਰ। ਠੀਕ ਹੈ, ਸਲਿੱਪ ਐਂਡ ਫਾਲ ਤੁਹਾਡਾ ਫਰਸ਼ ਗਿੱਲਾ ਹੋਊਗਾ। ਠੀਕ ਹੈ, ਐਮਪਲੋਈ ਜਿਹੜਾ ਹੈਗਾ ਡਿੱਗ ਸਕਦਾ ਹੈਗਾ। ਫਾਇਰ ਤੁਹਾਡੀ ਐਮਪਲੋਈ ਜਿਹੜੀ ਬਿਲਡਿੰਗ 'ਤੇ ਕੰਮ ਕਰ ਰਹੇ ਨੇ, ਉੱਥੇ ਅੱਗ ਲੱਗ ਗਈ। ਠੀਕ ਹੈ, ਤਾਂ ਐਕਸੀਡੈਂਟ ਵਰਕਪਲੇਸ 'ਤੇ ਮਤਲਬ ਕੰਮ ਕਰਨ ਵਾਲੀ ਜਗ੍ਹਾ ਦੇ ਵਿੱਚ ਐਕਸੀਡੈਂਟ ਹੋ ਸਕਦੇ ਨੇ। ਐਕਸੀਡੈਂਟ ਦਾ ਪਹਿਲਾ ਟਾਈਪ ਕੀ ਹੈਗਾ? ਐਕਸੀਡੈਂਟਸ ਐਟ ਵਰਕਪਲੇਸ। ਇਹਦੇ ਵਿੱਚ ਕੀ ਆਉਂਦਾ? ਸਲਿੱਪ ਐਂਡ ਫਾਲ ਐਕਸੀਡੈਂਟ, ਫਾਇਰ। ਦੂਸਰਾ ਹੈਗਾ ਐਕਸੀਡੈਂਟ ਟਾਈਪ ਕੀ ਹੈਗਾ? ਇੰਡਸਟਰੀਅਲ ਡਿਜ਼ੀਜ਼ ਔਰ ਇਲਨੈਸ। ਇਹਦਾ ਕੀ ਮਤਲਬ ਹੁੰਦਾ ਹੈਗਾ? ਹੁਣ ਤੁਸੀਂ ਕਿਸੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ, ਉਹਦੇ ਵਿੱਚ ਬਹੁਤ ਸਾਰੀ ਸਪੋਜ਼ ਗੈਸਿਸ ਨਿਕਲਦੀਆਂ ਨੇ ਅਤੇ ਉਹਨਾਂ ਗੈਸਿਸ ਦੇ ਨਾਲ ਜਿਹੜੇ ਇੰਪਲੋਈਜ਼ ਹੈਗੇ ਨੇ ਉਹਨਾਂ ਦੀ ਲੰਗਸ ਵਗੈਰਾ ਖਰਾਬ ਹੋ ਸਕਦੀਆਂ ਨੇ। ਠੀਕ ਹੈ, ਤਾਂ ਉਹ ਸਾਰੀ ਇੰਡਸਟਰੀਅਲ ਡਿਜ਼ੀਜ਼ ਵਿੱਚ ਆ ਜਾਂਦਾ ਹੈ ਕਿ ਬਈ ਇੱਕ ਬੰਦਾ ਇੱਕ ਇੰਡਸਟਰੀ 'ਤੇ ਕੰਮ ਕਰ ਰਿਹਾ ਸੀ, ਉਹਦੇ ਵਿੱਚ ਰਹਿੰਦੇ ਉਹਦੇ ਵਿੱਚ ਕੰਮ ਕਰਦੇ ਉਹਦੀ ਜਿਹੜੀ ਗੈਸਿਸ ਹੈਗੀਆਂ ਨੇ ਉਹਦੇ ਮਾਹੌਲ ਦੇ ਕਾਰਨ ਇੰਪਲੋਈ ਨੂੰ ਡਿਜ਼ੀਜ਼ਸ ਹੋ ਸਕਦੀਆਂ ਨੇ। ਤੀਸਰਾ ਹੈਗਾ ਰੋਡ ਟ੍ਰੈਫਿਕ ਐਕਸੀਡੈਂਟ। ਇਹ ਸਾਰਿਆਂ ਨੂੰ ਪਤਾ ਹੈਗਾ ਰੋਡ ਟ੍ਰੈਫਿਕ ਐਕਸੀਡੈਂਟ ਕੀ ਹੈਗਾ, ਕਿ ਕੋਈ ਵੀ ਇਨਸਾਨ ਜਾ ਰਿਹਾ ਹੈਗਾ ਸੜਕ 'ਤੇ ਅਤੇ ਉਹਦਾ ਐਕਸੀਡੈਂਟ ਹੋ ਗਿਆ, ਉਹ ਰੋਡ ਟ੍ਰੈਫਿਕ ਐਕਸੀਡੈਂਟ ਵਿੱਚ ਆ ਜਾਂਦਾ ਹੈ। ਕਲੀਨਿਕਲ ਐਕਸੀਡੈਂਟ ਕੀ ਹੁੰਦੇ ਨੇ ਕਿ ਬਈ
ਹੁਣ ਮੈਡੀਕਲ फील्ड हैगी है, ठीक है, अचानक ही अगर सपोज़ किसी डॉक्टर के कोलों ना चाहते भी कोई है ना, उन्हें कोई गलत ऑपरेट कर दिता, वो सारी चीज़ां क्लिनिकल एक्सीडेंट ते आंदा है। स्पोर्ट्स रिलेटेड एक्सीडेंट, कोई खिडारी खेल रहा सीगा, ठीक है, खेलते खेलते वो डिग पिया, ठीक है, उन्होंने शोल्डर इंजरी आ गई, वो हाथ ते इंजरी आ गई। तो स्पोर्ट्स फील्ड दे विच अगर किसी खिलाड़ी को एक्सीडेंट होंदे ने तो स्पोर्ट्स रिलेटेड एक्सीडेंट होंदे ने। तो एक्सीडेंट्स के अपने आपां किन्ने टाइप पढ़े ने, 5 एक्सीडेंट्स एट वर्क प्लेस, इंडस्ट्रीयल डिजीज़, रोड ट्रैफिक एक्सीडेंट, क्लिनिकल एक्सीडेंट ते स्पोर्ट्स रिलेटेड एक्सीडेंट। हुण वर्क प्लेस एक्सीडेंट दे विच किहड़ी इंजरीज़ हो सकदियां ने जो कि वर्कर नूं होंदियां ने ड्यू टू फॉल एंड स्लिप, आपां फायर, ये सारी चीज़ां ऑलरेडी पिछली क्लास विच पिछले सैशन विच पढ़ियां सी। हुण जिहड़ा स्लिप एंड कॉल एक्सीडेंट हुंदा हैगा, ठीक है, स्लिप एंड कॉल नहीं तो स्लिप एंड फॉल होगा। जिहड़ा स्लिप एंड फॉल एक्सीडेंट होगा वो अगर किसी एम्पलॉई नूं हो गया तो उहदे विच जिहड़ी इंजरी हुंदी हैगी है, जिहड़े एम्पलॉई नूं सੱਟ लगूगी वो माइनर भी हो सकती हैगी है तो मेजर भी हो सकती है, ठीक है। ये हो सकता है कि वो फिसलिया, ठीक है, उन्होंने सੱਟ बहुत ही घट लगी, या ये भी हो सकता है कि भी बुरे आगे कच पिया सीगा उहदे विच भी वज सकता है, तो मेजर एक्सीडेंट भी हो सकता है। किहड़ी इंजरीज़ हो सकदियां ने भी, उन्होंने फ्रैक्चर हो सकता है, उन्होंने स्प्रेन हो सकता है, उहदी घुटने दे विच सੱਟ लग सकती है, ठीक है, उन्होंने हैड इंजरी हो सकती है, कुछ भी हो सकता है। तो इस पैराग्राफ के सिंपल दस्सिया है कि वर्क प्लेस एक्सीडेंट के जो स्लिप एंड फॉल वाला केस है उहदे विच जे किसी एम्पलॉय नूं सੱਟ लगती है तो सੱਟ माइनर भी हो सकती है, मेजर भी हो सकती है। किहड़ी इंजरी एक एम्पलॉय नूं हो सकती है भी, फ्रैक्चर हो सकता है, ठीक है, उसकी एल्बो ते सੱਟ लग सकती है, उसकी रिस्ट ते सੱਟ लग सकती है, या उसके सिर ते भी सੱਟ लग सकती है। हुण नैक्सट है इमरजेंसी सिचुएशन। इमरजेंसी सिचुएशन की है, इमरजेंसी सिचुएशन वो सिचुएशन होंदियां ने जिहदे नाल कि एम्पलॉईज़, कस्टमर या पब्लिक नूं खतरा हुंदा हैगा, ठीक है। इमरजेंसी सिचुएशन एक ऐसी सिचुएशन हैगी है जिन्हों आपां हैंडल ना करिए तो एम्पलॉईज़, कस्टमर ते पब्लिक जनता नूं खतरा हो सकता है। दूसरा की है डिसरप्ट्स और शट डाउन द ऑपरेशन। इमरजेंसी सिचुएशन दे विच जिहड़े ऑपरेशनस हैगे ने, मतलब काम कार जिहड़े हैगे ने वो डिसरप्ट हो जाते हैं, मतलब उन्होंने रोकथाम थोड़ी जी लग जाती है या टोटली वो काम बंद हो जाते हैं। जिमें कि हुण तुसीं देख रहे हो लॉकडाउन है, तो पहला की हो गया कि हुण टोटल पहला उन्होंने शटडाउन कर दिता सीगा कि भी कोई भी काम काज नहीं चलूगा, बट हुण धीरे धीरे वो कुछ पर्टिकुलर सैक्टर्स खोल रहे हैं। जिमें हुण उन्होंने कहा कि बई जी शॉप्स हैगियां ने 9 तो 3 खुलणगियां, तो उन्होंने पूरा ऑपरेशन तो डिसरप्ट हो गया ना। पहला वो पूरे दिन 9 तो पूरे 6 बजे तक या रात के 9 बजे तक खुलदियां सी, बट हुण उनका नॉर्मल ऑपरेशन डिसरप्ट हो गया, उन्होंने थोड़े टाइम लिए दुकाना खोलने की परमिशन मिल रही है। तीसरा की है इमरजेंसी सिचुएशन वो होंदी है जिहदे नाल कि लोगों को फिजिकल या एनवायरमेंटल डैमेज होंदा है, ठीक है। फिजिकल लोगों को कोई डैमेज हो रहा है या एनवायरमेंट नूं डैमेज हो रहा है। इमरजेंसी सिचुएशन की होंदी है वो सिचुएशन जिहदे नाल कि एम्पलॉईज़, कस्टमर ते पब्लिक नूं खतरा होंदा है। इहदे नाल तुहाडे जिहड़ा ऑपरेशन कामकाज है या तो पूरी या थोड़ा जिहा वो रुक जाता है, वो सिचुएशन जिहदे नाल कि फिजिकल या एनवायरमेंटल डैमेज होंदी है। नैक्सट है किहड़ी इमरजेंसी सिचुएशन दे विच तुहानूं इवैक्यूएशन की लोड़ पैंदी है। इवैक्यूएशन का की मतलब होंदा है कि भाई खाली कराना, इवैक्यूएट कर दो मतलब खाली कर दो। हुण किहड़ी इमरजेंसीज़ दे विच तुहानूं इवैक्यूएशन कराने की लोड़ पैंदी है। पहला है फायर, जे किसी बिल्डिंग ते अग लगी तो पहला काम आपां की करदे ने, आपां लोगों को कहते हैं कि तुसी इस बिल्डिंग में छड्ड के बाहर चले जाओ। जे कोई एक्सप्लोजन हो गया, ठीक है, बॉम्ब ब्लास्ट हो गया, या कोई फैक्ट्री हैगी उहदे विच किसी तरीके का अग उग लग के एक्सप्लोजन हो गया, तो उहदे विच भी आपां लोगों को कहते हैं कि तुसी बिल्डिंग तो छेती बाहर निकल जाओ। जे कोई बाढ़ आ गई, कोई अर्थक्वेक आ गया, हरीकेन या टोरनैडो मतलब तूफान आ जाता है। टोरनैडो की होंदा है जिहड़ा तुसी देखिया होगा रेता गोल गोल घूम के फिल्मां विच देखिया होगा, ठीक है, उदां दा रेते दे गोल गोल करके बनता, उन्होंने तुसी टोरनैडो कहते हो। टॉक्सिक मटीरियल रिलीज़ कि बई हुण रीसेंटली आपां देखिया सीगा कि गुजरात दे विच की हो गया सी, एक फैक्ट्री दे विचों टॉक्सिक गैस रिलीज़ हो गई सी। टॉक्सिक मटीरियल रिलीज़ मतलब किसी कामकार दी जगह तो कोई टॉक्सिक मटीरियल, जहरीला मटीरियल रिलीज़ हो गया। तो उस केस दे विच भी आपां की कहंदे ने कि भी एम्पलॉईज़ नूं आपां छेती उस बिल्डिंग तो कट देना है, क्योंकि जे आपां नहीं कढ़िया तो वो टॉक्सिक मटीरियल नूं इनहेल सुंघ लैणगे तो वो मर जाएंगे। सिविल डिस्टर्बेंस की होंदा है कि बई लोगों की आपस में कोई बहसाई होगी, ठीक है, तो उन्होंने उस केसेस के भी आप कहते हैं कि काम ज़्यादा बढ़े ना तो
ਆਪਾਂ ਲੋਕਾਂ ਨੂੰ ਕਹਿੰਦੇ ਨੇ ਤੁਸੀਂ ਬਿਲਡਿੰਗ ਖਾਲੀ ਕਰ ਦਿਓ। ਵਰਕਪਲੇਸ ਵਾਇਲੈਂਸ, ਸਿਵਲ ਡਿਸਟਰਬੈਂਸ ਦੇ ਵਿੱਚ ਤੁਸੀਂ ਇਹ ਚੀਜ਼ਾਂ ਸਮਝ ਸਕਦੇ ਹੋ ਕਿ ਬਈ ਕੋਈ ਰਾਈਟ ਹੋ ਗਏ, ਕੋਈ ਦੰਗਾ ਫਸਾਦ ਹੋ ਗਿਆ, ਠੀਕ ਹੈ। ਜਿਸ ਜਗ੍ਹਾ ਵਿੱਚ ਦੰਗਾ ਫਸਾਦ ਹੁੰਦਾ ਆਪਾਂ ਕੀ ਕਹਿੰਦੇ ਨੇ ਕਿ ਲੋਕਾਂ ਨੂੰ ਉਸ ਜਗ੍ਹਾ ਤੋਂ ਖਾਲੀ ਕਰਵਾ, ਪੂਰੇ ਉਸ ਜਗ੍ਹਾ ਨੂੰ ਖਾਲੀ ਕਰਵਾ ਦਿੰਦੇ ਨੇ, ਕਿਉਂਕਿ ਲੋਕ ਜੇ ਉਸ ਦੰਗੇ ਵਾਲੀ ਜਗ੍ਹਾ 'ਤੇ ਰਹਿਣਗੇ ਤਾਂ ਬਹੁਤ ਜ਼ਿਆਦਾ ਮੌਤਾਂ ਹੋਣ ਦਾ ਡਰ ਹੁੰਦਾ ਹੈਗਾ। ਵਰਕਪਲੇਸ ਵਾਇਲੈਂਸ ਵੀ ਤੁਸੀਂ ਕੰਮ ਕਰਦੀ ਜਗ੍ਹਾ 'ਤੇ ਲੋਕਾਂ ਦੀ ਆਪਸ ਦੇ ਵਿੱਚ ਕੀ ਹੋਗੀ, ਲੜਾਈ ਹੋਗੀ, ਤਾਂ ਉਸ ਕੇਸ ਦੇ ਵਿੱਚ ਵੀ ਆਪਾਂ ਵਰਕਪਲੇਸ ਖਾਲੀ ਕਰਵਾ ਦਿੰਦੇ ਨੇ। ਸੋ ਇਨ ਵਿਚ ਆਲ ਕੇਸਿਸ ਦ ਵਰਕਪਲੇਸ, in which all cases of emergencies we evacuate the building in case of fire, explosion, floods, earthquake, hurricane, tornado, toxic material release, civil disturbance ਤੇ workplace violence। ਨੈਕਸਟ ਹੈਗਾ ਐਕਸੀਡੈਂਟਸ ਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ ਹੈ। ਐਕਸੀਡੈਂਟ ਨੂੰ ਕੇਅਰਫੁਲੀ ਹੈਂਡਲ ਕਰਨਾ ਚਾਹੀਦਾ ਹੈ, ਠੀਕ ਹੈ। ਐਕਸੀਡੈਂਟ ਨੂੰ ਜਦ ਵੀ ਆਪਾਂ ਕੋਈ ਵੀ ਐਕਸੀਡੈਂਟ ਹੋ ਗਿਆ ਤੇ ਆਪਾਂ ਆਏ ਨਹੀਂ ਕਿ ਆਪਾਂ ਐਕਸੀਡੈਂਟ ਵੱਲ ਧਿਆਨ ਨਾ ਦੇ ਕੇ ਵੀ ਐਕਸੀਡੈਂਟ ਦੇ ਵਿੱਚ ਹੋ ਸਕਦਾ ਹੈ ਕਿਸੇ ਬੰਦੇ ਨੂੰ ਬਹੁਤ ਚੋਟ ਲੱਗੀ ਹੈ, ਤੇ ਇਹ ਨਹੀਂ ਕਿ ਆਪਾਂ ਚੋਟ ਦੇਖਣ ਤੋਂ ਉਸ ਬੰਦੇ ਨੂੰ ਇਲਾਜ ਉਹਦਾ ਕਰਵਾਉਣ ਤੋਂ ਇਲਾਵਾ ਆਪਾਂ ਕਿਸ ਗੱਲ 'ਤੇ ਬਿਜ਼ੀ ਹੈਗੇ, ਆਪਾਂ ਬਲੇਮ ਕਰਾਂਗੇ ਕਿ ਨਹੀਂ ਜੀ ਐਕਸੀਡੈਂਟ ਤੁਸੀਂ ਕਰਿਆ। ਇਹ ਆਪਾਂ ਦੇਖ ਹੀ ਨਹੀਂ ਰਹੇ ਕਿ ਬਈ ਉਹ ਜਿਹੜਾ ਬੰਦਾ ਜਿਹਨੂੰ ਸੱਟ ਲੱਗੀ ਹੈਗੀ ਹੈ ਉਹ ਸ਼ਾਇਦ ਬਹੁਤ ਹੀ ਜ਼ਿਆਦਾ ਉਹਨੂੰ ਪੇਨ ਹੋ ਰਹੀ ਹੈ, ਉਹਨੂੰ ਡਾਕਟਰ ਕੋਲ ਲੈ ਕੇ ਜਾਈਏ। ਤਾਂ ਐਕਸੀਡੈਂਟ ਨੂੰ ਹਮੇਸ਼ਾ ਕੇਅਰਫੁਲੀ ਹੈਂਡਲ ਕਰਨਾ ਚਾਹੀਏ। ਜਦ ਐਕਸੀਡੈਂਟ ਹੁੰਦਾ ਹੈਗਾ ਤਾਂ ਆਪਾਂ ਇੱਕ ਦੂਜੇ ਨੂੰ ਬਲੇਮ ਕਰਨ ਤੋਂ ਬਿਨਾਂ, ਠੀਕ ਹੈ, ਬਲੇਮ ਕੀਤੇ ਬਿਨਾਂ ਆਪਾਂ ਨੂੰ ਉਹਨੂੰ ਹੈਂਡਲ ਕਰਨਾ ਚਾਹੀਦਾ। ਹੁਣ ਇਹਦੇ ਲਈ ਕਿਵੇਂ ਆਪਾਂ ਨੂੰ ਹੈਂਡਲ ਕਰਨਾ ਚਾਹੀਦਾ। ਐਵਰੀ ਆਰਗੇਨਾਈਜੇਸ਼ਨ ਮਸਟ ਫੋਲੋ SOP ਫॉर ਐਕਸੀਡੈਂਟ ਹੈਂਡਲਿੰਗ, ਠੀਕ ਹੈ। SOP ਮਤਲਬ ਸਟੈਂਡਰਡ ਆਪਰੇਸ਼ਨਲ ਪ੍ਰੋਸੀਜਰ। ਹਰੇਕ ਆਰਗੇਨਾਈਜੇਸ਼ਨ ਦੇ ਵਿੱਚ ਅਗਰ ਕਿਸੇ ਤਰੀਕੇ ਦਾ ਐਕਸੀਡੈਂਟ ਹੁੰਦਾ ਹੈਗਾ ਤੇ ਉਹ ਸਟੈਂਡਰਡ ਆਪਰੇਸ਼ਨ ਪ੍ਰੋਸੀਜਰ ਫੋਲੋ ਕਰਕੇ ਉਹਨੂੰ ਹੈਂਡਲ ਕਰੇ, ਠੀਕ ਹੈ। ਪਹਿਲਾ ਪੁਆਇੰਟ ਕੀ ਹੈਗਾ, ਜੇ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਹਨੂੰ ਹੈਂਡਲ ਕਰਨ ਲਈ ਉਹਨੇ SOP ਸਟੈਂਡਰਡ ਆਪਰੇਸ਼ਨਲ ਪ੍ਰੋਸੀਜਰ ਫੋਲੋ ਕਰਕੇ ਉਹਨੂੰ ਹੈਂਡਲ ਕਰਨਾ। दूसरा की है सेफ्टी मेजर्स मस्ट बी प्लेस टू प्रिवेंट वर्कप्लेस एक्सीडेंट, ठीक है। हमेशा हर एक ऑर्गेनाइजेशन दे विच वर्कप्लेस दे विच जिन्ने भी एक्सीडेंट्स हो सकते हैं हरेक दे लिए आपां सेफ्टी मेजर पहलां तो ही लैके रखांगे, ठीक है। जिद्दां मैं तुहानूं पिछले सैशन में दस्सिया सीगा कि बई स्लिप एंड फॉल ना होए तो उहदे लई की सेफ्टी मेजर आपां रखना सीगा कि भी फर्श गिला ना रखीए, ठीक है, उहदे विच डस्ट ना होवे, ठीक है। ये सारी चीज़ां सीगियां तो हर एक एक्सीडेंट नूं प्रिवेंट करन लई आपां ਜਿਹੜੇ ਨੈਸੈਸਰੀ ਕਦਮ ਉਹ ਚੱਕਣੇ ਚਾਹੀਦੇ ਨੇ। ਇਮੀਡੀਏਟ ਕਾਲ ਦਾ ਮੈਡੀਕਲ ਟੀਮ ਫॉर ਐਨੀ ਇੰਜਰੀ। ਜੇ ਐਕਸੀਡੈਂਟ ਵਿੱਚ ਕਿਸੇ ਬੰਦੇ ਨੂੰ ਇੰਜਰੀ ਹੋ ਜਾਂਦੀ ਹੈ ਤਾਂ ਇਮੀਡੀਏਟਲੀ ਮੈਡੀਕਲ ਟੀਮ ਨੂੰ ਕਾਲ ਕਰੋ। ਸਟੇ ਅਲਰਟ, ਠੀਕ ਹੈ। ਜਦ ਵੀ ਐਕਸੀਡੈਂਟ ਹੁੰਦਾ ਹੈ ਤਾਂ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਹੈਗਾ। ਅਲਰਟ ਮਤਲਬ ਸਪੋਜ਼ ਕਿਸੇ ਬਿਲਡਿੰਗ ਦੇ ਵਿੱਚ ਅੱਗ ਲੱਗੀ ਤਾਂ ਆਪਾਂ ਨੂੰ ਅਲਰਟ ਹੋ ਕੇ ਨਾਲੇ ਨਾਲ ਕੀ ਕਰਨਾ ਚਾਹੀਦਾ ਹੈਗਾ, ਫਾਇਰ ਬ੍ਰਿਗੇਡ ਦਾ ਨੰਬਰ 'ਤੇ ਕਾਲ ਕਰਕੇ ਉਹਨਾਂ ਨੂੰ ਕਾਲ ਕਰਨਾ ਚਾਹੀਦਾ। ਪੇ ਅਟੈਂਸ਼ਨ ਟੂ ਐਂਡ ਫੋਲੋ ਐਮਰਜੈਂਸੀ ਡਰਿਲਸ, ਠੀਕ ਹੈ। ਐਮਰਜੈਂਸੀ ਡਰਿਲਸ ਪਿਛਲੇ ਸੈਸ਼ਨ ਵਿੱਚ ਦੱਸਿਆ ਸੀਗਾ। ਡਰਿਲਸ ਕੀ ਹੁੰਦੇ ਨੇ, ਜਿੱਦਾਂ ਆਪਾਂ ਅੱਗ ਲੱਗਣ ਲਈ ਆਪਾਂ ਨੂੰ ਪਹਿਲਾਂ ਤੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਵੀ ਜੇ ਅੱਗ ਲੱਗੀ ਤਾਂ ਆਪਾਂ ਆਹ ਪ੍ਰੋਸੀਜਰ ਫੋਲੋ ਕਰਨਾ ਹੈਗਾ, ਠੀਕ ਹੈ। ਅਤੇ ਆਪਾਂ ਕੀ ਕਰਨਾ ਹੈਗਾ, ਜਦ ਵੀ ਕੋਈ ਐਕਸੀਡੈਂਟ ਜਿੱਦਾਂ ਫਾਇਰ ਵਗੈਰਾ ਹੋ ਗਈ ਤਾਂ ਆਪਾਂ ਧਿਆਨ ਰੱਖਣਾ ਹੈਗਾ। ਅਤੇ ਜਿਹੜੀ ਐਮਰਜੈਂਸੀ ਡਰਿਲ ਦੇ ਵਿੱਚ ਆਪਾਂ ਨੂੰ ਜਿਹੜੇ ਪ੍ਰੋਸੀਜਰ ਦੱਸੇ ਸੀਗੇ ਕਿ ਬਈ ਇਸ ਰਸਤੇ ਤੋਂ ਤੁਸੀਂ ਬਾਹਰ ਜਾਣਾ ਹੈਗਾ, ਉਹ ਸਾਰੀ ਚੀਜ਼ਾਂ ਫੋਲੋ ਕਰਨੀਆਂ ਨੇ, ਠੀਕ ਹੈ। ਅਤੇ ਇਹ ਤੁਹਾਡਾ ਸੈਸ਼ਨ 10 ਕੰਪਲੀਟ ਹੋ ਗਿਆ।